ਇਹ ਸੱਚੀ ਗੱਲ। ਐਵੇਂ ਨਾ 1738 ਵਿੱਚ ਨਾਦਰ ਸ਼ਾਹ ਆਇਆ ਸੀ। ਨਾਦਰ ਸ਼ਾਹ ਨੂੰ ਵੀ ਫੈਂਟੀ ਲੱਗੀ ਸੀ ਬੜੀ ਇੱਥੇ ਟਿਕਾ ਕੇ। ਅਤੇ ਉਹ ਇਹ ਵੇ ਕਿ ਇਹ ਅਗਰ ਪੰਜਾਬੀ ਅਗਰ ਖੜਾ ਨਾ ਹੋਵੇ ਤਾਂ ਕੋਈ ਨਹੀਂ। ਹੁਣ ਵੇਖੋ ਨਾ ਅੰਗਰੇਜ਼ਾਂ ਦੀ ਫੌਜ ਵਿੱਚ ਸਿਰਫ ਪੰਜਾਬੀ ਸੀ। ਉਹ ਪੰਜਾਬੀ ਕਿੱਥੇ ਲੜੇ ਨੇ? ਜਾਪਾਨ ਵੀ ਜਾ ਕੇ ਲੜਿਆ। ਪੰਜਾਬੀ ਜਿਹੜਾ ਅਫਰੀਕਾ 'ਚ ਵੀ ਜਾ ਕੇ ਲੜਿਆ। ਉਹ ਸਾਡੇ ਕੋਲ ਉਹ ਪਿਆ ਵੱਡਾ ਸਾਰਾ ਪਰਚਮ ਜਰਮਨੀ ਦਾ ਖੋਇਆ ਉਹਨਾਂ ਜਿਹੜਾ ਇੱਥੇ ਮਿਊਜ਼ੀਅਮ 'ਚ ਪਿਆ। ਅਤੇ ਉਹ ਵੇ ਕਿ ਉਹਨਾਂ ਨੇ ਇਹਨਾਂ ਨੂੰ ਅਨਪੜ੍ਹ ਰੱਖ ਕੇ ਅਤੇ ਬਹਾਦਰੀ ਵਾਲਾ ਪਹਿਲੂ ਜਿਹੜਾ ਸੀ ਨਾ ਉਹ ਅੱਗੇ ਕਰਕੇ ਉਹ ਕੀਤਾ। ਫਿਰ ਖ਼ਾਸ ਤੌਰ 'ਤੇ ਸਿੱਖ ਪੀਰੀਅਡ ਜਦੋਂ ਆਇਆ ਉਹਨਾਂ ਨੇ ਕੀ ਕੀਤਾ ਕਿ ਨਹਿਰਾਂ ਕੱਢੀਆਂ ਬਰਤਾਨੀਆ ਦੌਰ ਨੇ, ਅਤੇ ਉਹਨਾਂ ਸਿੱਖਾਂ ਕੋਲ ਹਕੂਮਤ ਖੁੱਤੀ ਸੀ ਅਤੇ ਕੀਤਾ ਕਿ ਸਿੱਖਾਂ ਨੂੰ ਸਾਰੇ ਮੁਰੱਬੇ ਨਵੀਂ ਆਬਾਦੀਆਂ ਸਾਰੇ ਉਹਨਾਂ ਨੇ ਦਿੱਤੇ ਸਨ। ਫੈਸਲਾਬਾਦ ਵੀ, ਨਈਮ ਯਾਰ ਖਾਨ ਵੀ, ਕਾੜਾ ਵੀ, ਹਰ ਜਗ੍ਹਾ ਵੀ। ਅੱਛਾ ਸਰ, ਜਿਹੜਾ ਤੁਸੀਂ ਗੱਲ ਕਰ ਰਹੇ ਹੋ ਕਿ ਉਹਨਾਂ ਨੇ ਰੋਕਿਆ, ਅਸੀਂ ਕਿਸੇ ਨੂੰ ਸਨ ਆਫ ਦਾ ਸੋਇਲ ਕਹਿ ਸਕਦੇ ਹਾਂ? ਜਿਹੜਾ ਸਾਡਾ ਲੋਕਲ ਹੀਰੋ ਸੀ ਲਾਹੌਰ ਦਾ, ਪੰਜਾਬ ਦਾ ਜੋ ਪੰਜਾਬੀ ਹੀਰੋ ਸੀ, ਉਹ ਕੌਣ ਸੀ? ਉਹ ਬੁਜ਼ਦਿਲ ਹੁੰਦੇ ਸਨ। ਹਿੰਦੂ ਇੰਤਹਾਈ ਬੁਜ਼ਦਿਲ ਹੁੰਦਾ ਸੀ। ਹਿੰਦੂ ਕਦੀ ਫੇਸ ਨਹੀਂ ਸੀ ਕਰਦਾ, ਨਾ ਸਾਹਮਣੇ ਹੁੰਦੇ ਸੀ। ਬਨੀਆ ਹੁੰਦਾ ਸੀ। ਠੀਕ ਹੈ। ਬਨੀਆ ਉਹ ਕਰਦਾ ਹੋਇਆ ਸੀ ਜ਼ਿਮੀਂਦਾਰਾਂ ਨਾਲ, ਪਿੰਡ ਵਾਲਿਆਂ ਨਾਲ ਵੀ, ਸ਼ਹਿਰ ਵਾਲਿਆਂ ਨਾਲ ਵੀ। ਉਹ ਗ੍ਰਹਿ ਨਾਲ ਲੈ ਲੈਂਦਾ ਸੀ ਹਵੇਲੀਆਂ। ਉਹ ਪੈਸਾ ਜਿਹੜਾ ਸੀ ਉਹਦੇ 'ਤੇ ਸੂਦ ਚੜ੍ਹ ਜਾਂਦਾ ਸੀ। ਉਹ ਖੋਹ ਕੇ ਅਤੇ ਉਹ ਵੀ ਖੋਹ ਲੈਂਦਾ ਸੀ। ਪਿੰਡਾਂ ਵਾਲਿਆਂ ਕੋਲੋਂ ਗੱਲਾ ਲੈ ਲੈਂਦਾ ਸੀ ਵਾਪਸ। ਉਹ ਗੱਲਾ ਜਿਸ ਵੇਲੇ ਪੱਕਦਾ ਸੀ ਨਵਾਂ ਅਤੇ ਉਹ ਗੱਲੇ 'ਚ ਉਹੀ ਉਹਨੂੰ ਚੁਕਾ ਦੇਣਾ। ਉਹਨੇ ਇਹ ਨਹੀਂ ਕਰਕੇ ਨਾ, ਉਹ ਹਿੰਦੂ ਇਹ ਕਰਦਾ ਰਿਹਾ। ਬਣੀਆਂ ਸੀ ਐਵੇਂ ਅਨਾਰਕਲੀ ਸਾਰੀ ਸੀ। ਅਨਾਰਕਲੀ ਵਿੱਚ 2 ਦੁਕਾਨਾਂ ਮੁਸਲਮਾਨਾਂ ਦੀਆਂ, ਸਾਰਾ ਹਿੰਦੂਆਂ ਦਾ ਬਾਜ਼ਾਰ ਸੀ। ਅਤੇ ਉਹ ਕਾਰੋਬਾਰੀ ਲੋਕ ਸਨ, ਸਾਰੇ ਕਾਰੋਬਾਰੀ ਲੋਕ ਸਨ। ਮੁਸਲਮਾਨ ਜਿਹੜੇ ਉਹਨਾਂ ਅੰਗਰੇਜ਼ੀ ਪੜ੍ਹਨੀ ਵੀ ਸ਼ੁਰੂ ਕਰ ਦਿੱਤੀ, ਛੱਡ ਦਿੱਤੀ ਗੋਰਿਆਂ ਵੇਲੇ। ਨੌਕਰੀ ਵੀ ਕੋਈ ਨਹੀਂ ਸਾਨੂੰ ਲੱਭਦੀ, ਕੱਖ ਨਹੀਂ ਸੀ ਹੁੰਦਾ। ਅਤੇ ਅਸੀਂ ਅਗਰ ਕਹੀਏ, ਮੈਂ ਜਿਸ ਤਰ੍ਹਾਂ ਰਣਜੀਤ ਸਿੰਘ ਦੇ ਬਾਰੇ 'ਚ ਕਹਿਣਾ ਵਾ ਕਿ ਰਣਜੀਤ ਸਿੰਘ ਵਾਕਈ ਇਸ ਲੈਂਡ ਦਾ ਹੀਰੋ ਸੀ, ਪੰਜਾਬ ਦਾ। ਲੋਕਲ ਹੋਣ ਦੀ ਵਜ੍ਹਾ ਤੋਂ ਉਹਨੂੰ ਕਹਿਣਾ ਚਾਹੀਦਾ ਹੈ ਕਿ ਉਸਨੇ ਇਹਨਾਂ ਨੂੰ ਰੈਜ਼ਿਸਟ ਕੀਤਾ ਸੀ, ਅੰਗਰੇਜ਼ਾਂ ਨੂੰ ਵੀ, ਮੁਗਲਾਂ ਨੂੰ ਕੀਤਾ ਸੀ। ਅਤੇ ਉਸਨੇ ਇਹ ਪੂਰਾ ਏਰੀਆ ਜਿਹੜਾ ਪੰਜਾਬ ਦਾ ਸੀ ਉਹ 'ਤੇ ਕਬਜ਼ਾ ਨਾ ਸਿਰਫ ਇੱਥੇ ਕੀਤਾ ਸੀ, ਬਲਕਿ ਅੱਗੇ ਤੱਕ ਲੈ ਗਏ ਸੀ। ਅਟਕ ਤੱਕ ਚਲਾ ਗਿਆ ਸੀ। ਅਟਕ ਤਾਂ ਨਹੀਂ ਹੋਈ, ਮੈਨੇ ਅਫਗਾਨਿਸਤਾਨ ਦਾ ਹਿੱਸਾ ਵੀ ਕੁਝ ਉਹਨੇ ਕਬਜ਼ਾ ਕਰ ਲਿਆ ਸੀ। ਸਾਰਾ ਫਰੰਟੀਅਰ, ਸਾਰਾ ਪੰਜਾਬ ਉਹਦੇ ਕਬਜ਼ੇ ਵਿੱਚ ਸੀ। ਉਹਦੀ ਸਟੇਟ ਬਹੁਤ ਵੱਡੀ ਇੰਪਾਇਰ ਬਣ ਗਈ ਸੀ। ਪੰਜਾਬੀ ਨੇ, ਇਹਦਾ ਮਤਲਬ ਅਸੀਂ ਅਗਰ ਪੰਜਾਬ ਦੀ ਤਾਰੀਖ 'ਚ ਰੱਖੀਏ ਤਾਂ ਹੀਰੋ ਪੰਜਾਬ ਦਾ ਤੇ ਰਣਜੀਤ ਸਿੰਘ ਸੀ। ਰਣਜੀਤ ਸਿੰਘ ਦੇ ਉਸ ਤੋਂ ਪਹਿਲੇ ਪਹਿਲੇ ਸੀ ਇੱਕ ਚੰਦਰਗੁਪਤ ਮੌਰੀਆ ਜੀ। ਉਹ ਟੈਕਸਲਾ ਦਾ ਸੀ ਬੰਦਾ। ਪਹਿਲੀ ਦਫਾ ਉਹ ਪੰਜਾਬੀ ਸੀ ਜੀ। ਉਹ ਪੰਜਾਬੀ ਸੀ ਨਾ। ਟੈਕਸਲਾ ਪੰਜਾਬ ਵਿੱਚ ਹੈ ਨਾ। ਚੰਦਰਗੁਪਤ ਮੌਰੀਆ ਪਹਿਲੇ ਉਹਨੇ ਹਕੂਮਤ ਕਾਇਮ ਕੀਤੀ ਸੀ। ਉਹਨੇ ਵੀ ਬੜੀ ਰਜਿਸਟ ਕੀਤਾ, ਬੜਾ ਕੁਝ ਕੀਤਾ, ਲੇਕਿਨ ਉਸ ਤੋਂ ਬਾਅਦ ਫਿਰ ਇਹ ਆਇਆ। ਬਾਕੀ ਤਾਂ ਸਾਰਿਆਂ ਵਿੱਚ ਸਾਡੇ ਵਿੱਚੋਂ ਨਾ ਇਹ ਲੋਧੀ ਖਾਨਦਾਨ ਅਤੇ ਸਾਦਾਤ ਖਾਨਦਾਨ ਅਤੇ ਤੀਜਾ ਜਿਹੜਾ ਨਾ ਇਹ ਤੁਗਲਕ ਖਾਨਦਾਨ, ਇਹ ਇੱਧਰ ਸਾਨੂੰ ਕਾੜਾ ਅਤੇ ਇਹਨਾਂ ਇਲਾਕਿਆਂ ਦੀਪਾਲਪੁਰ ਵਗੈਰਾ ਦੇ। ਬਾਕੀ ਸਾਰੇ ਬਾਹਰ ਦੇ ਤੁਰਕ ਨੇ ਜਿਹੜੇ ਇੱਧਰ ਸੈਂਟਰਲ ਏਸ਼ੀਆ 'ਚੋਂ ਆਏ ਨੇ, ਹੋਰ ਪਾਸਿਓਂ ਆਏ ਨੇ। ਇਹ ਜਿਹੜੇ ਨੇ ਮੁਗਲ ਵੀ, ਇਹ ਵੀ ਉੱਧਰੋਂ ਹੀ ਆਏ ਨੇ। ਅੱਛਾ ਸਰ, ਜਿਹੜੀ ਲਾਹੌਰ ਦੀਆਂ ਵੱਡੀਆਂ ਜ਼ਾਤਾਂ ਨੇ, ਇਹ ਬਾਹਰੋਂ ਲਾਹੌਰ ਦੇ ਓਰੀਜਨਲ ਜ਼ਾਤਾਂ ਨੇ, ਉਹ ਕਿਹੜੀਆਂ ਨੇ? ਲਾਹੌਰ ਅਰਾਈ ਨੇ ਅਤੇ ਕਸ਼ਮੀਰੀ ਨੇ ਜ਼ਿਆਦਾ ਨਾ। ਇਹ ਜਿਹੜੇ ਓਰੀਜਨਲ ਇੱਥੋਂ ਦੇ ਨੇ ਓਰੀਜਨਲ, ਜੇਕਰ ਕਹੀਏ ਕਿ ਲਾਹੌਰ ਦੀਆਂ ਪੁਰਾਣੇ ਤਰੇ ਖਾਨਦਾਨ ਨੇ। ਇੱਕ ਤਾਂ ਲੁਹਾਰ ਬਹੁਤ ਜ਼ਿਆਦਾ ਨੇ। ਲੁਹਾਰੀ ਦੇ ਅੰਦਰ ਬਹੁਤ ਜ਼ਿਆਦਾ ਵੱਡੇ ਵੱਡੇ ਫੈਮਲੀਆਂ ਹੁੰਦੀਆਂ ਸਨ। ਡਾਕਟਰ ਵੀ ਉਹਨਾਂ ਦੇ, ਇੰਜੀਨੀਅਰ ਵੀ ਉਹਨਾਂ ਦੇ ਸਨ। ਅਤੇ ਕੁਝ ਲੋਕ ਜਿਹੜੇ ਨੇ ਉਹ ਨੇ ਅਰਾਈ ਸਨ ਅਤੇ ਤੀਜੇ ਕਸ਼ਮੀਰੀ ਸਨ। ਯਾਨੀ ਕਿ ਅਸੀਂ ਤੁਸੀਂ ਅੱਛਾ, ਉਹ ਕਸ਼ਮੀਰੀ ਕਿੱਥੋਂ ਆਏ ਸਨ? ਅਕਬਰ ਨੇ ਜਦੋਂ ਆਪਣੇ ਆਇਦ ਵਿੱਚ 1000 ਫੈਕਟਰੀ ਸ਼ਾਲ ਵੀਵਿੰਗ ਦੀ ਲਾਹੌਰ ਵਿੱਚ ਲਾਈ ਸੀ, ਅਤੇ ਉਹਦੇ ਵਿੱਚ ਸਾਰੇ ਨੇ ਕਾਹਦੀ ਫੈਕਟਰੀ ਲਾਈ ਸੀ? ਸ਼ਾਲ ਬਾਫੀ ਦੀ, ਸ਼ਾਲਾਂ ਬਣਾਉਣ ਦੀ। ਸ਼ਾਲ ਜਿਹੜੀ ਸੀ ਇਹ ਕਸ਼ਮੀਰ ਦੀ ਖਾਲਸ ਪ੍ਰੋਡਕਟ ਸੀ। ਇਹ ਬੜੀ ਨਫੀਸ ਹੁੰਦੀ ਸੀ, ਕਿਸੇ ਪਾਸੇ ਚੱਲਦੀ ਨਹੀਂ ਸੀ। ਉਹ ਕੁਈਨ ਵਿਕਟੋਰੀਆ ਜਿਹੜੀ ਸੀ ਉਹਨੇ ਵੀ ਭੇਡਾਂ ਵੀ ਖੜੀਆਂ, ਸ਼ਾਲ ਵੀਵਰ ਵੀ ਖੜੇ, ਉਹ ਵੀ ਨਹੀਂ ਬਣੀ। ਇਹ ਫਰਾਂਸ ਦੀ ਮਲਕਾ ਜਿਹੜੀ ਸੀ ਉਹਦੀ, ਨੈਪੋਲੀਅਨ ਦੀ, ਉਹ ਵੀ ਭੇਡਾਂ ਵੀ ਲੈ ਗਈਆਂ, ਸਾਰਾ ਕੁਝ ਲੈ ਗਈਆਂ, ਲੇਕਿਨ ਉੱਥੇ ਵੀ ਸ਼ਾਲ ਨਹੀਂ ਚੱਲੀ। ਇਹ ਸ਼ਾਲ ਚੱਲਦੀ ਸਿਰਫ ਕਸ਼ਮੀਰ ਵਿੱਚ। ਉਹਦਾ ਪਾਣੀ ਜੇਹਲਮ ਦਾ ਪਾਣੀ ਹੈ ਅਤੇ ਬਾਰੀਕ ਹੈ, ਅਤੇ ਉਹ ਐਸਾ ਹੁੰਦਾ ਸੀ ਕਮਾਲ ਕਿ ਉਹਦਾ ਨਾ ਰੰਗ ਫੇਡ ਹੁੰਦਾ ਸੀ ਅਤੇ ਪਤਲੀ ਜਿਹੀ ਹੁੰਦੀ ਉਹ ਸਾਰਾ। ਇਹ ਸਾਰੇ ਕਸ਼ਮੀਰੀ ਜਿਹੜੇ ਨੇ ਨਾ, ਇਹ ਜਦੋਂ ਟੈਕਸ ਲੱਗੇ ਨੇ ਨਾ, ਭਾਰੀ ਟੈਕਸ, ਇਹ ਨੱਸ ਕੇ ਫਿਰ ਚਲੇ ਗਏ ਅੰਮ੍ਰਿਤਸਰ ਤੋਂ ਕੁਝ ਬੰਬਈ ਚਲੇ ਗਿਆ, ਕਾਰੋਬਾਰੀ ਉੱਥੇ ਚਲੇ ਗਿਆ। ਇਹ ਸ਼ਾਲ ਦੇ ਨਾਲ ਕਾਰੋਬਾਰ ਕਰਦੇ ਸੀ ਉੱਥੇ। ਫਿਰ ਉਹ
ਪਾਕਿਸਤਾਨ ਬਣਿਆ ਤੇ ਇੱਥੇ ਆ ਗਿਆ, ਸਾਰੇ ਰਈਸੇ ਵਈਸੇ ਸਾਰੇ ਇਹਨਾਂ ਦੀ ਵਜ੍ਹਾ ਤੋਂ ਨਿਸਬਤ ਰੋਡ ਤੇ ਜਿੰਨੇ ਲੋਕ ਨੇ। ਅੱਛਾ ਸਰ, ਇਹ ਲਾਹੌਰ ਦੇ 12 ਦਰਵਾਜ਼ਿਆਂ ਦਾ ਕੀ ਕਨਸੈਪਟ ਹੈ? 12 ਦਰਵਾਜ਼ੇ 13ਵੀਂ ਮੋਰੀ, ਇਹਨੂੰ ਕਿਸ ਤਰ੍ਹਾਂ ਕਿਹਨੇ ਬਣਾਇਆ ਸੀ? ਸਭ ਤੋਂ ਪਹਿਲਾਂ ਇਹ ਤੇ ਅਕਬਰ ਨੇ ਬਣਾਏ ਨੇ। ਇਹ ਟ੍ਰੈਡੀਸ਼ਨ ਵੀ ਸੈਂਟਰਲ ਏਸ਼ੀਆ ਦੀ ਹੈ। ਬੁਖਾਰਾ ਦੇ ਵੀ ਦਰਵਾਜ਼ੇ ਨੇ ਇਹਨਾਂ ਦੇ, ਜਿਹੜਾ ਸਮਰਕੰਦ ਦੇ ਵੀ ਦਰਵਾਜ਼ੇ ਨੇ। ਇਹ ਸੈਂਟਰਲ ਏਸ਼ੀਆ ਅਸਲ 'ਚ ਤੇ ਉਸ ਜ਼ਮਾਨੇ 'ਚ ਹਮਲਾਵਰਾਂ ਤੋਂ ਡਰ ਰਹਿੰਦਾ ਸੀ। ਮੰਗੋਲ ਜਿਹੜੇ ਸੀ ਨਾ, ਮੰਗੋਲੀਆ ਚਾਈਨਾ ਦੇ ਬਿਲਕੁਲ ਮਗਰ ਇਹ ਤਤਾਰੀ ਜਿਹੜੇ ਸੀ ਇਹ ਲੁਟੇਰੇ ਸੀ। ਉਹਨਾਂ ਦੇ ਅੱਜ ਵੀ ਤਤਾਰੀ ਤੇ ਮੰਗੋਲ ਇੱਕੋ ਹੀ ਨੇ ਨਾ ਸਰ? ਇੱਕੋ ਸ਼ਾਹੀ ਹੈ। ਅੱਛਾ, ਉਹਨਾਂ ਦੇ ਕੋਲ ਅੱਜ ਵੀ ਰੇਗਿਸਤਾਨ ਹੈ, ਕੋਈ ਫਸਲ ਨਹੀਂ, ਕੋਈ ਕੱਖ ਨਹੀਂ, ਕੋਈ ਲੈਣੀ ਨਹੀਂ, ਕੋਈ ਦੇਣੀ ਨਹੀਂ। ਉਹ ਜਦੋਂ ਭੁੱਖ ਪੈਂਦੀ ਸੀ ਨਾ, ਉਹ ਉੱਠ ਪੈਂਦੇ ਸਨ ਇੱਜੜ ਦੇ ਇੱਜੜ, ਜਾਂ ਤੁਰਕੀ ਤੱਕ ਪਹੁੰਚ ਜਾਂਦੇ ਸਨ, ਯੂਰਪ ਤੱਕ ਪਹੁੰਚ ਜਾਂਦੇ ਸਨ। ਇਟਲੀ ਵੀ ਉਹਨਾਂ ਦੀ ਆਬਾਦੀ ਹੈ, ਸਾਡੀ ਵੀ। ਉਹ ਮੈਂ ਉੱਥੇ ਗਿਆ ਨਾ ਤੁਰਕੀ ਤੋਂ, ਬੜੇ ਖੁਸ਼ ਹੋ, ਘਰ ਦੇਸ਼ ਕਿ ਤੁਸੀਂ ਸਾਡੇ ਭਰਾ ਹੋ, ਉਹਨਾਂ ਦੀ ਔਲਾਦ ਹੋ, ਆਰੀਅਨ ਦੀ ਔਲਾਦ ਹੋ। ਇਸੇ ਤਰ੍ਹਾਂ ਜਿਹੜੇ ਇਟਾਲੀਅਨ ਵੀ ਖੁਸ਼ ਹੁੰਦੇ ਨੇ ਕਿ ਪਾਕਿਸਤਾਨੀ ਸਾਡੀ ਨਸਲ ਦੇ ਵਿੱਚੋਂ ਨੇ। ਅਤੇ ਇਹ ਜਿਹੜੇ ਸੀ ਇਹ ਮੰਗੋਲਾਂ ਜੋ ਫਿਰ ਅਮੀਰ ਇਟਾਲੀਅਨ ਦੀ ਨਸਲਾਂ ਇਟਾਲੀਅਨ ਦੀ ਨਸਲ 'ਚ ਕਿਸ ਤਰ੍ਹਾਂ ਚਲੇ ਗਏ? ਮੰਗੋਲਾਂ ਦੀ ਵਜ੍ਹਾ? ਇਹ ਸਾਰੇ ਇੱਥੋਂ ਉੱਠਦੇ ਸਨ ਨਾ, ਇਹ ਫਿਰ ਸੈਂਟਰਲ ਏਸ਼ੀਆ 'ਤੇ ਹਮਲੇ ਕਰਦੇ ਸਨ। ਬਗਦਾਦ ਇਹਨਾਂ ਸਾੜ ਕੇ ਤਬਾਹ ਕਰਕੇ ਉਹ ਰੱਖ ਦਿੱਤਾ। ਤੁਹਾਨੂੰ ਪਤਾ ਇਹਨਾਂ ਦੇ ਬਾਦਸ਼ਾਹ ਦੀ ਹਕੂਮਤ, ਦਰਿਆ ਦਜਲਾ ਖੂਨ ਦੇ ਪਾਣੀ ਦੇ ਨਾਲ ਵਗਿਆ ਸੀ। ਐਡਾ ਕੁ ਬੰਦੇ ਮਾਰੇ ਸਨ ਇਹਨਾਂ ਨੇ, ਢੇਰਾਂ ਦੇ ਢੇਰ ਲਾ ਦਿੱਤੇ ਸਨ। ਇਹਨਾਂ ਦੀ ਬੜੀ ਭੈੜੀ ਰਸਮ ਸੀ, ਇਹ ਖੋਪੜੀ ਵਿੱਚ ਬਰੂਦ ਭਰ ਕੇ ਉਹਨੂੰ ਪਟਾਕੇ ਚਲਾਉਂਦੇ ਸੀ। ਐਡੇ ਬੁਰੇ ਸਨ ਮੰਗੋਲ ਜਿਹੜੇ। ਤੇ ਮੰਗੋਲ ਫਿਰ ਇੱਥੇ ਆ ਕੇ ਮੁਗਲ ਹੋ ਗਏ। ਉਹ ਫਿਰ ਤੈਮੂਰ, ਉਹਦੇ ਅਮੀਰ ਤੈਮੂਰ ਦੀ ਔਲਾਦ ਬਣ ਗਿਆ ਨਾ ਉਹ ਤੈਮੂਰ। ਅਮੀਰ ਤੈਮੂਰ ਦੀ ਔਲਾਦ ਜਿਹੜੇ ਨੇ ਫਿਰ ਉਹ ਦੋ ਬਰਾਚਾਂ ਬਣ ਗਈਆਂ ਨੇ, ਇੱਕ ਮੁਗਲ ਨੇ ਤੇ ਇੱਕ ਉਹ ਜਿਹੜੇ ਨੇ ਉੱਥੋਂ ਦੇ ਰਹਿ ਗਏ ਜਿਹੜੇ ਉਹਦੇ ਮੰਗੋਲ ਨਹੀਂ ਹਮਲੇ ਤੈਮੂਰੀ ਹੋ ਜਾਏ। ਇੱਕ ਤੈਮੂਰੀ ਕਹਿਲਾਉਂਦੇ ਨੇ, ਇੱਕ ਮੁਗਲ ਕਹਿਲਾਉਂਦੇ ਨੇ। ਇਹ ਮੁਗਲ ਜਿਹੜਾ ਹੈ ਬਾਬਰ ਸੀ, ਇਹ ਫਰਗਾਨਾ ਦਾ ਸੀ, ਉਜ਼ਬਿਕਿਸਤਾਨ ਵਿੱਚੋਂ। ਉੱਥੋਂ ਫਿਰ ਇਹਨੂੰ ਮਾਰ ਪਈ ਤੇ ਨਸ ਹੈ ਕਾਬਲ ਰਿਹਾ ਬੜੀ ਦੇਰ। ਫਿਰ ਇਹਨੇ 1525 ਤੇ ਲਾਹੌਰ 'ਤੇ ਹਮਲਾ ਕੀਤਾ ਇੱਕ, ਫਿਰ ਦੂਜੀ ਵਾਰੀ 1526 ਕਰਕੇ ਤੇ ਇੱਥੇ ਕਬਜ਼ਾ ਕਰ ਲਿਆ ਨੇ। ਤੇ ਇਹ ਫਿਰ ਬਾਨੀ ਬਣ ਗਿਆ। ਲੋਧੀਆਂ ਨੇ ਉਹ ਬਣਾਇਆ ਸੀ ਕੈਪੀਟਲ ਆਪਣਾ ਆਗਰਾ ਨਵਾਂ, ਉਸ ਫਿਰ ਆਗਰੇ 'ਤੇ ਕਬਜ਼ਾ ਕਰਕੇ ਤੇ ਪਹਿਲਾਂ ਬਾਦਸ਼ਾਹ। ਸਰ ਇਹ ਵਾਲੀ ਹਿਸਟਰੀ ਤੇ ਅਸੀਂ ਪੜ੍ਹਦੇ, ਸਾਨੂੰ ਜ਼ਰਾ ਥੋੜ੍ਹੀ ਉਹ ਹਿਸਟਰੀ ਦੱਸੋ ਜਿਹੜੀ ਸਾਨੂੰ ਲੱਭਦੀ ਨਹੀਂ। ਇਸ ਤਰ੍ਹਾਂ 12 ਦਰਵਾਜ਼ਿਆਂ ਦੇ ਬਾਰੇ ਸਾਨੂੰ ਦੱਸੋ। 12 ਦਰਵਾਜ਼ੇ ਜਿਹੜੇ ਨੇ ਨਾ, ਅਕਬਰ ਜਦੋਂ ਪਹਿਲੇ ਉਹਨੇ ਦਿੱਲੀ ਨੂੰ ਅਪਗ੍ਰੇਡ ਕੀਤਾ। ਸਰ ਵਾਰੀ ਪੁੱਛਾਂ? ਉਹ ਤੋਂ ਮਸਤੀ ਘਾਟੀ ਤੋਂ ਸ਼ੁਰੂ ਕਰ। ਮੈਂ ਤੁਹਾਨੂੰ ਦੱਸਣਾ, ਪਹਿਲੇ ਸੁਣ ਲੈਣਾ ਗੱਲ ਮੇਰੀ। ਜੀ ਸਰ। ਅੱਛਾ, ਪਹਿਲੇ ਉਹਨੂੰ ਕੀਤਾ ਅਪਡੇਟ, ਫਿਰ ਉਹਨੇ ਦੂਜਾ ਸ਼ਹਿਰ ਵਸਾਇਆ, ਉਹ ਜਿਹੜਾ ਸਕੰਦਰੀਆ ਦੇ ਉੱਥੇ ਗ੍ਰੀਸ ਵਿੱਚ, ਕਾਇਰਾ ਵਿੱਚ। ਅੱਛਾ, ਫਿਰ ਉਹਨੇ ਫਤਿਹਪੁਰ ਸੀਕਰੀ 'ਚ ਉਹਦੀਆਂ ਕੋਈ 100 ਸੈਂਕੜਿਆਂ ਬਿਲਡਿੰਗਾਂ ਨੇ ਅਕਬਰ ਦੀਆਂ ਨਾ।